ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਡਾਕਟਰ ਦਵਿੰਦਰ ਸਿੰਘ ਸੇਖੋਂ ਨਾਲ, ਜਿਹੜੇ ਕਿ ਸਾਡੇ ਮਹਿਮਾਨ ਹਨ ਟੋਰਾਂਟੋ ਤੋਂ। ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਜੀ, ਇਸ ਦੀ ਬੜੀ ਅਹਿਮੀਅਤ ਹੈ ਕਿਉਂਕਿ ਬਹੁਤ ਸਾਰਾ ਇਸ ਨੂੰ ਮਿਸਇੰਟਰਪ੍ਰੇਟ ਕੀਤਾ ਗਿਆ ਹੈ। ਰਾਜ ਕਰੇਗਾ ਖਾਲਸਾ, ਖਾਲਸਾ ਕੌਣ ਹੈ? ਰਾਜ ਕਰੇਗਾ ਖਾਲਸਾ ਦਾ ਕਨਸੈਪਟ ਅਸਲ ਵਿੱਚ ਸਿੱਖੀ ਵਿੱਚ ਕੀ ਹੈ? ਆਓ ਇसी संबंध में जानकारी लेने हैं डॉक्टर दविंदर सिंह सेखों तो। जी हाँ डॉक्टर साहब, वाहिगुरू जी का खालसा वाहिगुरू जी की फतेह। ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੈਲਕਮ ਜੀ। ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਥੋੜਾ ਜਿਹਾ ਪਿਛੋਕੜ ਤੁਹਾਡਾ, ਕਿ ਤੁਹਾਡਾ ਜਦੋਂ ਮੈਂ ਦੇਖਦਾ ਬਾਇਓ ਤਾਂ ਉਹਦੇ ਵਿੱਚ ਤੁਸੀਂ ਕੈਮਿਸਟਰੀ ਦੇ ਵਿੱਚ PhD ਕੀਤੀ। ਇਹ ਰੁਖ ਜਿਹੜਾ ਤੁਹਾਡਾ ਟੂਵਰਡ ਸਿੱਖੀਜ਼ਮ ਕਦੋਂ ਤੋਂ ਹੋਇਆ ਤੇ ਇਸ ਦੇ ਵਿੱਚ ਤੁਸੀਂ ਕਾਫੀ ਸਾਰੀ ਕਿਤਾਬਾਂ ਵੀ ਲਿਖੀਆਂ ਨੇ, ਉਹਦੇ ਬਾਰੇ ਵੀ ਸਾਨੂੰ ਦੱਸੋ ਜੀ। ਸਰ ਹਰਪ੍ਰੀਤ ਸਿੰਘ ਜੀ, ਮੈਨੂੰ ਇਹ ਯਾਦ ਹੀ ਨਹੀਂ ਕਿ ਮੇਰਾ ਗੁਰਮਤਿ ਵੱਲ ਝੁਕਾਨ ਕਦੋਂ ਤੋਂ ਹੋਇਆ ਜੀ। ਜਦੋਂ ਤੋਂ ਮੈਂ ਬਹੁਤ ਛੋਟਾ ਹੁੰਦਾ ਸੀ, ਮੈਂ ਮੇਰੇ ਖਿਆਲ ਤੀਸਰੀ ਚੌਥੀ ਜਮਾਤ 'ਚ ਪੜ੍ਹਦਾ ਸੀਗਾ ਜੀ। ਤੇ ਸਰ ਸੋਹਣ ਸਿੰਘ ਸੀਤਲ ਹੁਣਾਂ ਦੀਆਂ ਕਿਤਾਬਾਂ ਆਈਆਂ ਸੀ, ਸੀਤਲ ਤਰੰਗਾਂ, ਸੀਤਲ ਝਰਨੇ, ਸੀਤਲ ਹੁਲਾਰੇ। ਤੇ ਮੈਨੂੰ ਥੋੜ੍ਹਾ ਜਿਹਾ ਗਾਉਣ ਦਾ ਵੀ ਸ਼ੌਕ ਸੀ, ਰੱਬ ਨੇ ਦਾਤ ਬਖਸ਼ੀ ਸੀ ਜੀ। ਤੇ ਉਹ ਮੈਂ ਪੜ੍ਹ ਕੇ ਤੇ ਜਦੋਂ ਮੈਂ ਪੜ੍ਹਨਾ ਤੇ ਬਹੁਤ ਸਮਝ ਤਾਂ ਨਹੀਂ ਸੀ ਆਉਂਦੀ, ਪਰ ਆਮ ਗੱਲਾਂ ਦੀ ਸਮਝ ਆਈ ਨਹੀਂ ਤੇ ਕਈ ਵਾਰੀ ਮੇਰੀ ਅੱਖਾਂ 'ਚ ਨਮੀ ਆਈ ਨਹੀਂ, ਪਾਣੀ ਆਈ ਨਾ। ਉਦੋਂ ਉਹਨਾਂ ਨੇ ਅਸਲ 'ਚ ਜਿਹੜੀ ਪੂਰੀ ਸ਼ਰਧਾ ਜਾਗੀ ਹੈ ਉਸ ਵੇਲੇ ਤੋਂ ਸੀਗੀ। ਬਾਕੀ ਪੜ੍ਹਾਈ ਤਾਂ ਦੁਨਿਆਵੀ ਕੰਮ ਨੇ ਤੇ ਚੱਲਦੀ ਰਹਿੰਦੀ ਨਾਲ ਨਾਲ ਜੀ। ਉਹ ਬੜੀ ਲੰਮੀ ਚੌੜੀ ਸਟੋਰੀ ਹੈ ਵੀ ਮੈਂ ਕੈਮਿਸਟਰੀ ਵਾਲੇ ਪਾਸੇ ਕਿਵੇਂ ਆਇਆ, ਉਹਦੇ ਬਾਰੇ ਤੇ ਮੈਂ ਜਾਣਕਾਰੀ ਦੇਣ ਦੀ ਲੋੜ ਨਹੀਂ ਸਮਝਦੀ। ਪਰ ਯੈਸ, ਮੈਂ ਕੈਮਿਸਟਰੀ ਦੀ PhD ਕੀਤੀ ਹੈ। ਪਰ ਜਿਉਂ-ਜਿਉਂ ਮੈਂ ਗੁਰਬਾਣੀ ਦਾ ਮੇਰਾ ਸ਼ੌਕ ਨਾਲ ਨਾਲ ਤੁਰਿਆ ਰਿਹਾ ਜੀ, ਇਹ ਕਦੇ ਵੀ ਨਹੀਂ ਘਟਿਆ। ਜਦੋਂ ਮੈਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਜਾਚਿਆ ਤੇ ਸਾਇੰਸ, ਇਹਨਾਂ ਦੋਵਾਂ ਦਾ ਬਹੁਤ ਕਿਤੇ ਵੀ ਕੰਟਰਾਡਿਕਸ਼ਨ ਨਹੀਂ ਆਉਂਦੀ। ਓਕੇ, ਸਾਇੰਸ ਤੇ ਅਧਿਆਤਮਿਕਤਾ ਇਕੱਠੇ ਚੱਲਦੀਆਂ ਤੁਹਾਡੇ ਨਾਲ? ਕਿਤੇ ਵੀ ਕੰਟਰਾਡਿਕਸ਼ਨ ਨਹੀਂ ਆਉਂਦੀ। ਲੋਕ ਕਹਿੰਦੇ ਨੇ ਰਾਈਟ, ਪਰ ਹੈ ਕਿਤੇ ਨਹੀਂ। ਗੁਰੂ ਨਾਨਕ ਸਾਹਿਬ ਨੇ ਆਪ ਸਾਇੰਸ ਦੇ ਬਹੁਤ ਡੂੰਘੇ ਭੇਦ ਦਿੱਤੇ ਨੇ ਜੀ। ਉਹਨਾਂ ਨੇ ਗ੍ਰੈਵਿਟੀ ਨੂੰ ਐਕਸਪਲੇਨ ਕੀਤਾ ਹੈ, ਐਕਸਪਲੇਨ ਨਹੀਂ ਮੈਨੂੰ ਕਹਿਣਾ ਚਾਹੀਦਾ, ਮੈਂਸ਼ਨ ਕੀਤਾ ਹੈ। ਧਰਤੀ ਦੇ ਚੱਕਰਾਂ ਦੀ ਗੱਲ ਕੀਤੀ ਹੈ ਵੀ ਸੂਰਜ ਦੁਆਲੇ ਘੁੰਮਦੇ ਨੇ, ਗ੍ਰਹਿਆਂ ਦੀ ਗੱਲ ਹੋਈ। ਹਾਂਜੀ, ਬਾਕੀ ਦੱਸਿਆ ਵੀ ਜਿਹੜੀ ਕ੍ਰੀਏਸ਼ਨ ਹੈ ਉਹ ਕਿੱਦਾਂ ਹੋਈ, ਮਤਲਬ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤਿਰਪਲ ਸਾਚਿਆ, ਘਟ ਘਟ ਜੋਤ ਸਮੋਏ, ਉਹ ਸਾਰਾ ਦੱਸਿਆ ਉਹਨਾਂ ਨੇ। ਫਿਰ ਉਹਨਾਂ ਨੇ ਉਹ ਗੁਰੂ ਨਾਨਕ ਸਾਹਿਬ ਦਾ ਆਸ਼ਾ ਸਾਇੰਸ ਪੜ੍ਹਾਉਣ ਦਾ ਜਾਂ ਸਾਇੰਸ ਬਾਰੇ ਗਿਆਨ ਦੇਣ ਦਾ ਨਹੀਂ ਸੀ, ਉਹਨਾਂ ਸਾਨੂੰ ਰੱਬ ਨਾਲ ਜੋੜਨਾ ਸੀ ਜੀ, ਉੱਚੀ ਆਤਮਿਕ ਅਵਸਥਾ ਦੇਣੀ ਸੀ। ਠੀਕ। ਪਰ ਕਿਤੇ ਕਿਤੇ ਉਹਨਾਂ ਦੇ ਸਾਇੰਸ ਦਾ ਜ਼ਿਕਰ ਆਉਂਦਾ ਹੈ। ਜਿਹੜੇ ਲਾਜ਼ ਨੇ ਸਾਇੰਸ ਦੇ, ਜਿੰਨੇ ਲਾਜ਼ ਨੇ ਇਹ ਅਕਾਲ ਪੁਰਖ ਦੇ ਬਣਾਏ ਨੇ। ਠੀਕ। ਸਾਇੰਸ ਜਿਹੜੀ ਹੈ ਇਹ ਲਾਜ਼ ਨੂੰ ਕ੍ਰੀਏਟ ਨਹੀਂ ਕਰਦੀ ਜੀ, ਇਹ ਲਾਜ਼ ਨੂੰ ਸਟੱਡੀ ਕਰਦੀ ਹੈ। ਤੇ ਕੰਟਰਾਡਿਕਸ਼ਨ ਕਿਵੇਂ ਹੋ ਸਕਦੀ? ਰਾਈਟ। ਇੱਕ ਚੀਜ਼ ਨੂੰ ਹੀ ਸਟੱਡੀ ਸਿਰਫ ਕਰ ਰਹੇ ਹਾਂ ਜੀ। ਜੇ ਫਰਜ਼ ਕਰੋ ਸਾਡੇ ਦੇ ਸਾਹ ਵਾਸਤੇ ਹਵਾ ਜ਼ਰੂਰੀ ਹੈ ਜੀ, ਤੇ ਜੇ ਸਾਇੰਸਦਾਨ ਨੇ ਜਾਣ ਲਿਆ ਵੀ ਸਾਨੂੰ ਆਕਸੀਜਨ ਚਾਹੀਦੀ ਹੈ ਤੇ ਇਹ ਉਹਨੇ ਬਣਾਈ ਨਹੀਂ। ਰਾਈਟ। ਨਾ ਉਹ ਆਕਸੀਜਨ ਨੂੰ ਚੇਂਜ ਕਰਕੇ ਕੋਈ ਹੋਰ ਗੈਸ ਦੇ ਥਰੂ ਸਾਡਾ ਬਾਡੀ ਨੂੰ ਰਿਪਲੇਸ ਕਰ ਸਕਦੇ। ਠੀਕ। ਇੱਕ ਨੇਚਰ ਨੇ, ਅਕਾਲ ਪੁਰਖ ਨੇ ਇਹਦੀ ਸਾਰੀ ਸਿਰਜਣਾ ਕੀਤੀ ਆ। ਰਾਈਟ। ਆਪਣੇ ਉਹਦੇ ਪ੍ਰਿੰਸੀਪਲ ਨੇ, ਅਸੀਂ ਸਿਰਫ ਪ੍ਰਿੰਸੀਪਲ ਨੂੰ ਸਟੱਡੀ ਕਰਦੇ ਹਾਂ। ਰਾਈਟ। ਤੁਸੀਂ ਉਹਨਾਂ ਨੂੰ ਅਬਿਊਜ਼ ਵੀ ਕਰ ਸਕਦੇ ਹੋ, ਇਹ ਬੰਦੇ ਨੂੰ ਰੱਬ ਨੇ ਹੱਕ ਦੇ ਦਿੱਤਾ। ਬਿਲਕੁਲ ਜੀ, ਆਪਣੇ ਦਿਮਾਗ ਨਾਲ। ਸੋ ਉਹਦੇ ਨਾਲ ਤੁਸੀਂ ਫਿਰ ਕਿਤਾਬਾਂ ਵੀ ਕੁਝ ਲਿਖੀਆਂ ਜੀ, ਉਹਦੇ ਸੰਬੰਧ ਦੱਸੋ, ਕਿੰਨੀਆਂ ਹੁਣ ਤੱਕ ਕਿਤਾਬਾਂ ਲਿਖ ਚੁੱਕੇ ਹੋ ਜੀ? ਕਿਤਾਬਾਂ ਜੀ, ਮੈਂ ਜਦੋਂ ਮੈਂ ਇੰਡੀਆ ਵਿੱਚ ਸੀਗਾ, ਮੈਂ 1965 'ਚ ਪਹਿਲਾਂ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ MSc ਕੀਤੀ ਸੀ ਕੈਮਿਸਟਰੀ ਦੀ, ਤੇ ਮੈਂ 7 ਸਾਲ ਪੰਜਾਬ ਵੱਖਰੇ ਵੱਖਰੇ ਕਾਲਜਾਂ 'ਚ ਪੜ੍ਹਾਇਆ। ਖਾਲਸਾ ਕਾਲਜ ਅੰਮ੍ਰਿਤਸਰ ਹੀ ਪੜ੍ਹਾਇਆ 1 ਸਾਲ, ਫਿਰ ਕਾਦੀਆਂ ਗੁਰਦਾਸਪੁਰ ਜ਼ਿਲ੍ਹੇ 'ਚ ਮੇਰਾ ਘਰ ਦਾ ਕਾਲਜ ਸੀ ਜੀ, ਉੱਥੇ ਮੈਂ 5 ਸਾਲ ਕੈਮਿਸਟਰੀ ਦਾ ਹੈਡ ਆਫ ਦਾ ਡਿਪਾਰਟਮੈਂਟ ਰਿਹਾ। ਤੇ ਉੱਥੇ ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਾਸਤੇ ਉਹਨਾਂ ਨੇ ਮੈਨੂੰ ਆਖਿਆ ਤੇ ਮੈਂ ਉਹਨਾਂ ਵਾਸਤੇ 2 ਕਿਤਾਬਾਂ ਲਿਖੀਆਂ ਸੀ। ਇੱਕ ਮੈਂ ਟ੍ਰਾਂਸਲੇਸ਼ਨ ਕੀਤੀ ਸੀ ਜੀ, ਤੇ ਇੱਕ ਮੈਂ ਓਰੀਜਨਲ ਕਿਤਾਬ ਲਿਖੀ ਸੀ ਪ੍ਰੀ ਇੰਜੀਨੀਅਰਿੰਗ ਪ੍ਰੀ ਮੈਡੀਕਲ ਸਟੂਡੈਂਟਸ ਵਾਸਤੇ। ਰਾਈਟ। ਇਹ ਤਾਂ ਹੋ ਗਈ ਜੀ ਕੈਮਿਸਟਰੀ ਵਾਸਤੇ, ਤੁਸੀਂ ਹੋਰ ਜਿਹੜੀ ਧਾਰਮਿਕ ਕਿਤਾਬਾਂ ਵੀ ਲਿਖੀਆਂ ਉਹਦੇ ਸੰਬੰਧ ਦੱਸੋ ਮੈਨੂੰ। ਹਾਂ। ਫਿਰ 1997 ਦੇ ਵਿੱਚ ਜੀ ਮੈਂ ਪਹਿਲੀ ਕਿਤਾਬ ਲਿਖੀ ਕਿ ਉਹ ਮੈਂ ਵੇਖ ਰਿਹਾ ਸੀ ਬੱਚਿਆਂ ਨੂੰ ਗਰੋ ਕਰਦੇ ਹਾਂ, ਉਹਨਾਂ ਨੂੰ ਗੁਰਬਾਣੀ ਦੀ ਸਮਝ, ਸਾਡੀ ਸ਼ਰਧਾ ਸੀ ਵੀ ਗੁਰਬਾਣੀ ਦੀ ਪੂਰੀ ਸਮਝ ਲੱਗੇ ਜੀ। ਉਹਨਾਂ ਨੂੰ ਫਿਰ ਪੰਜਾਬੀ ਦੀ ਘੱਟ ਸਮਝ ਆਉਂਦੀ ਸੀ ਜੇ ਗੁਰਬਾਣੀ ਸਮਝਾਉਣੀ, ਫਿਰ ਉਹਨਾਂ ਵਾਸਤੇ ਮੈਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਾਸਤੇ ਕਿਤਾਬ ਅੰਗਰੇਜ਼ੀ 'ਚ ਲਿਖੀ, ਇਹ ਸ਼ੋਰਟ ਲਾਈਫ ਹਿਸਟਰੀ ਆਫ ਗੁਰੂ ਨਾਨਕ ਸਾਹਿਬ। ਓਕੇ। ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਹ ਠੀਕ ਆ, ਬੇਸ ਠੀਕ ਹੈ, ਪਰ ਗੁਰਬਾਣੀ ਦੇ ਸਿਧਾਂਤ ਸਮਝਾਉਣੇ ਬਹੁਤ ਇੰਪੋਰਟੈਂਟ ਨੇ ਜੀ। ਉਸ ਵਾਸਤੇ ਫਿਰ ਮੈਂ ਇਹ ਜਿਹੜੀ ਕਿਤਾਬ ਸੀ ਦ ਡਿਵਾਈਨ ਮੈਸੇਜ ਆਫ ਗੁਰੂ ਗ੍ਰੰਥ ਸਾਹਿਬ, ਇਹ ਇੰਗਲਿਸ਼ 'ਚ ਲਿਖੀ। ਓਕੇ। ਇਹਦੀ ਬਹੁਤ ਜ਼ਿਆਦਾ ਸ਼ਲਾਘਾ ਹੋਈ, ਪਰ ਬਹੁਤ ਫਿਰ ਸੰਗਤ ਨੇ ਇਹ ਮੈਨੂੰ ਸੁਝਾਅ ਦਿੱਤਾ ਕਿ ਪੰਜਾਬੀ 'ਚ ਲਿਖੋ ਜੀ। ਫਿਰ ਮੈਂ ਹੁਣ 4 ਕਿਤਾਬਾਂ ਜੀ ਪੰਜਾਬੀ 'ਚ ਲਿਖੀਆਂ ਨੇ। ਇੱਕ ਤਾਂ ਹੈਗਾ ਇਹੋ ਹੀ, ਉਹਦਾ ਪੰਜਾਬੀ ਨਾਂ ਰੱਖਿਆ ਹੈ ਗੁਰਬਾਣੀ ਦਾ ਇਲਾਹੀ ਸੰਦੇਸ਼ ਜੀ।
ਉਹਦੇ ਟਾਪਕ ਬਿਲਕੁਲ ਇਹਦੇ ਨਾਲ ਵੱਖਰੇ ਨੇ। ਇਹਨਾਂ ਟਾਪਕਾਂ ਨਾਲ ਉਹਦਾ ਕੋਈ ਸੰਬੰਧ ਨਹੀਂ, ਉਹ ਆਪਣੇ ਉਹ ਗੁਰਮੁਖੀ 'ਚ। ਰਾਈਟ। ਇੱਕ ਫਿਰ ਮੈਂ ਨਾਲ ਹੀ ਕਿਤਾਬ ਲਿਖੀ ਸੀ ਪੁਨਰ ਜਨਮ ਬਾਰੇ। ਇਹ ਦੋਵੇਂ ਕਿਤਾਬਾਂ SGPC ਨੇ ਅਪਰੂਵ ਕਰ ਦਿੱਤੀਆਂ ਤੇ ਛਪ ਰਹੀਆਂ ਨੇ। ਓਕੇ। ਫਿਰ ਦੋ ਕਿਤਾਬਾਂ ਮੇਰੀਆਂ ਹੋਰ ਨੇ ਜੀ। ਇੱਕ ਤਾਂ ਹੈਗੀ ਹੈ ਗੁਰੂ ਨਾਨਕ ਸਾਹਿਬ ਦੀ ਮੱਕਾ ਫੇਰੀ, ਉਹਦੇ 'ਚ ਕਿਉਂ ਲਿਖੀ ਹੈ ਫਿਰ ਕਿਤਾਬ ਪੜ੍ਹ ਕੇ ਪਤਾ ਲੱਗੂਗਾ ਜੀ। ਤੇ ਇੱਕ ਹੈਗੇ ਜੋ ਨਾਟਕ ਲਿਖੇ ਨੇ ਕੁਝ ਮੈਂ ਭਾਈ ਤਾਰੂ ਸਿੰਘ ਜੀ ਦੇ, ਬਾਕੀ ਹੋਰ ਧਾਰਮਿਕ ਨਾਟਕ ਨੇ ਜਿਵੇਂ ਗੁਰੂ ਨਾਨਕ ਸਾਹਿਬ ਦੀ ਪੰਜਾ ਸਾਹਿਬ ਦੀ ਫੇਰੀ। ਰਾਈਟ। ਤੇ ਉਹਨਾਂ ਦਾ ਜਨੇਊ ਪਾਉਣਾ ਜਾਂ ਕੁਝ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਿਤ ਨੇ 6 ਨਾਟਕ ਨੇ ਕੋਲ। ਓਕੇ। ਤੇ ਉਹ ਵੀ ਕੰਸੀਡਰ ਕਰ ਰਹੀ ਹੈ SGPC ਪਿਛਾਪਣ ਬਾਰੇ, ਜਦੋਂ ਫੈਸਲਾ ਨਹੀਂ ਆਇਆ। ਸੋ ਗੱਲਬਾਤ ਹੁਣ ਕਰੀਏ ਜੀ ਕਿ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਹੈਗੇ ਹਾਂ, ਤਾਂ ਖਾਲਸਾ ਜਦੋਂ ਅਸੀਂ ਗੱਲ ਕਰਨੀ ਹੈ, ਖਾਲਸਾ ਅਸਲ ਵਿੱਚ ਹੈ ਕੀ ਗੁਰਮਤਿ ਅਨੁਸਾਰ? ਸਾਨੂੰ ਦੋਵੇਂ ਜੀ ਇਹ ਗੱਲਾਂ ਡਿਸਕਸ ਕਰਨੀਆਂ ਪੈਣੀਆਂ ਵੀ ਰਾਜ ਕੀ ਹੈ ਜੀ ਤੇ ਖਾਲਸਾ ਕੀ ਹੈ ਜੀ। ਖਾਲਸਾ ਜੀ, ਇਹ ਜੇ ਆਪਾਂ ਪੰਜਾਬੀ ਦਾ ਵਰਡ ਯੂਜ਼ ਕਰੀਏ ਤਾਂ ਉਹਦੇ 'ਚ ਮਤਲਬ ਹੈ ਖਾਲਸ। ਇਹਦਾ ਮਤਲਬ ਇਹਦੇ 'ਚ ਕੋਈ ਅਵਗਣ ਨਹੀਂ, ਪਿਓਰ ਜੋ ਰੱਬ ਨੇ ਸਾਨੂੰ ਜਨਮ ਦਿੱਤਾ, ਜਦੋਂ ਅਸੀਂ ਸ਼ੁਰੂ ਤੋਂ ਆਉਂਦੇ ਸਾਡੇ ਮਨ 'ਚ ਕੋਈ ਉਸ ਵੇਲੇ ਅਜੇ ਨਹੀਂ ਹੈ ਖਾਸ਼, ਦੁਨਿਆਵੀ ਖਾਸ਼ ਨਹੀਂ ਜੀ। ਉਹ ਪਵਿੱਤਰਤਾ ਵਾਲਾ ਜੀਵਨ ਹੈ ਜਿਹਦੀ ਸਾਡੀ ਦੁਨਿਆਵੀ ਖਾਸ਼ਾਂ ਖਤਮ, ਇੰਨੀ ਸਾਡੀ ਆਤਮਿਕ ਅਵਸਥਾ ਇੰਨੀ ਉੱਚੀ ਉੱਠ ਜਾਏ ਜੀ ਕਿ ਸਾਡੇ ਕੋਲ ਕੋਈ ਦੁਨਿਆਵੀ ਖਾਸ਼ ਨਾ ਰਹੇ, ਉਹ ਹੈ ਜੀ ਖਾਲਸਾ। ਇਸੇ ਤਰ੍ਹਾਂ ਹੀ ਇਹ ਪਰਸ਼ੀਅਨ ਵਰਡ ਵੀ ਹੈਗਾ ਆ, ਉਹਦੇ ਵਿੱਚ ਖਾਲਸਾ ਦੀਆਂ ਦੋ ਡੈਫੀਨੇਸ਼ਨ ਦਿੱਤੀਆਂ ਨੇ ਜੀ। ਇੱਕ ਡੈਫੀਨੇਸ਼ਨ ਤਾਂ ਹੈਗੀ ਹੈ ਵੀ ਉਹੀ ਆਤਮਿਕ ਅਵਸਥਾ ਜਿਹਦੇ ਵਿੱਚ ਬੰਦਾ ਪੂਰੀ ਤਰ੍ਹਾਂ ਦੁਨਿਆਵੀ ਖਾਸ਼ਾਂ ਤੋਂ ਉੱਪਰ ਉੱਠ ਚੁੱਕਾ ਜੀ। ਦੂਸਰਾ ਹੈਗਾ ਜੀ ਉਹ ਪ੍ਰਾਪਰਟੀ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੋਵੇ, ਜਿਸ 'ਚ ਹੋਰ ਕਿਸੇ ਦਾ ਕੋਈ ਦਖਲ ਨਾ ਹੋਵੇ। ਸੋ ਦੋਵਾਂ ਪੱਖਾਂ ਤੋਂ ਖਾਲਸਾ ਅਸੀਂ ਸਿੱਧੇ ਹੀ ਰੱਬ ਦੇ ਅਧੀਨ ਹੈ। ਗੁਰੂ ਸਾਡਾ ਗਾਈਡ ਹੈ, ਅਸੀਂ ਸਿੱਧੇ ਗੁਰੂ ਜਾਂ ਅਕਾਲ ਪੁਰਖ ਦੇ ਅਧੀਨ ਹੈ, ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ ਜੀ। ਇਹ ਹੈ ਖਾਲਸਾ। ਜੇ ਆਪਾਂ ਇਸ ਡੈਫੀਨੇਸ਼ਨ ਲਈਏ ਫਿਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਹੁਤ ਮਸ਼ਹੂਰ ਸਿੱਖ ਸੀ, ਭਾਈ ਲਹਿਣਾ ਜੀ ਜਿਹੜੇ ਬਾਅਦ 'ਚ ਗੁਰੂ ਅੰਗਦ ਸਾਹਿਬ ਬਣੇ, ਬਾਬਾ ਬੁੱਢਾ ਜੀ, ਦੁਨੀ ਚੰਦ ਜੀ, ਭਾਈ ਸਨਮੁਖ ਜੀ, ਭਾਈ ਭਗੀਰਥ ਜੀ, ਇਹ ਸਾਰੇ ਖਾਲਸੇ ਸੀ। ਇਹ ਉਸ ਆਤਮਿਕ ਅਵਸਥਾ ਤੱਕ ਪਹੁੰਚ ਚੁੱਕੇ ਸੀ ਜਿਹਦੇ 'ਚ ਉਹਨਾਂ ਨੂੰ ਕੋਈ ਦੁਨਿਆਵੀ ਖਾਸ਼ ਨਹੀਂ ਰਹਿ ਗਈ। ਬਾਕੀ ਸਾਰੇ ਗੁਰੂ ਸਾਹਿਬਾਨ, ਵੱਡੇ ਵੱਡੇ ਸਿੱਖ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ, ਇਹ ਸਾਰੇ ਮਹਾਂਪੁਰਖ ਪੂਰੇ ਤੌਰ 'ਤੇ ਖਾਲਸਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜੀ, ਮੇਰੇ ਹਿਸਾਬ ਨਾਲ, ਮੇਰੇ ਨਾਲ ਕਈ ਲੋਕ ਸਹਿਮਤ ਨਹੀਂ ਹੋਣਗੇ, ਠੀਕ ਹੈ, ਮੈਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਖਾਲਸੇ ਨੂੰ ਸਿਰਜਣਾ ਨਹੀਂ ਕੀਤੀ, ਸਿਰਜਣਾ ਗੁਰੂ ਨਾਨਕ ਸਾਹਿਬ ਨੇ ਨੀਂਹ ਪੱਥਰ ਰੱਖਿਆ ਸੀ। ਉਹਨਾਂ ਨੇ ਟੈਸਟ ਕਰਕੇ ਉਹਨਾਂ ਨੇ ਸਰਟੀਫਾਈ ਕੀਤਾ ਕਿ ਯੈਸ, ਹੁਣ ਜਿਹੜਾ ਮੇਰਾ ਸਿੱਖ ਹੈ ਇਹ ਖਾਲਸੇ ਦੇ ਲੈਵਲ ਤੇ ਪਹੁੰਚ ਚੁੱਕਾ। ਸੋ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਜੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਕ੍ਰੀਏਟ ਕੀਤਾ, ਇਹ ਫਿਰ ਗਲਤ ਹੈ ਤੁਹਾਡੇ ਸਾਹਿਬ? ਮੈਂ ਇਹਨੂੰ ਗਲਤ ਨਹੀਂ ਕਹਾਂਗਾ ਜੀ, ਮੈਂ ਕਹਾਂਗਾ ਮੇਰੇ ਵਿਚਾਰ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਹੀ ਨਹੀਂ ਰੱਖੀ। ਜਿਵੇਂ ਆਪਾਂ ਫਰਜ਼ ਕਰੋ ਕੋਈ ਪ੍ਰੋਫੈਸ਼ਨਲ ਕਾਲਜ ਦਾਖਲਾ ਲੈਂਦੇ ਹਾਂ, ਕਿਸੇ ਵੀ ਤੁਸੀਂ ਲੈਂਦੇ ਹੋ, ਤੁਸੀਂ ਮੈਡੀਕਲ ਕਾਲਜ ਜਾਂਦੇ ਹੋ, ਇੰਜੀਨੀਅਰਿੰਗ ਕਾਲਜ ਜਾਂਦੇ ਹੋ, ਜਾਂ ਲਾ ਕਾਲਜ ਕਿਤੇ ਵੀ ਜਾਂਦੇ ਹੋ, ਤੁਸੀਂ ਜਦੋਂ ਐਂਟਰੈਂਸ ਲੈਂਦੇ ਹੋ ਜੀ, ਤੁਸੀਂ ਉਹ ਸਟੂਡੈਂਟ ਬਣ ਕੇ ਮੁੜ ਕੇ ਤੁਹਾਡੀ 4 ਸਾਲ 5 ਸਾਲ ਬਾਅਦ ਜਿੰਨੀ ਟ੍ਰੇਨਿੰਗ ਹੈਗੀ ਹੈ ਉਹ ਕੰਪਲੀਟ ਹੋ ਗਈ, ਤੁਸੀਂ ਡਿਗਰੀ ਮਿਲ ਗਈ। ਸੋ 250 ਸਾਲ ਦਾ ਜਿਹੜਾ ਸਫ਼ਰ ਹੈ ਉਹ ਟ੍ਰੇਨਿੰਗ ਸੀ ਤੇ ਜਿਹੜੀ ਛਾਪ ਲਾਈ ਗਈ ਗੁਰੂ ਗੋਬਿੰਦ ਸਿੰਘ। ਐਬਸੋਲੂਟਲੀ ਓਕੇ। ਉਹਦੇ ਚ ਭਾਈ ਟ੍ਰੇਨਿੰਗ ਦੇ ਵਿੱਚ ਕਈ ਪਹਿਲਾਂ ਵੀ ਖਾਲਸਾ ਦੇ ਲੈਵਲ ਤੇ ਪਹੁੰਚ ਗਏ ਜੀ, ਤੇ ਉਹਨਾਂ ਨੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਟੈਸਟ ਕਰਕੇ ਲੋਕਾਂ ਨੂੰ ਦੱਸਣ ਵਾਸਤੇ ਜੀ ਵੀ ਇਹ ਹੁਣ ਮੇਰਾ ਖਾਲਸੇ ਦਾ ਮੇਰਾ ਰੂਪ ਬਣ ਚੁੱਕਾ ਹੈ, ਉਹਨਾਂ ਟੈਸਟ ਲਿਆ। ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਦੇ ਟੈਸਟ ਲਿਆ। ਇਸ ਐਗਜ਼ੈਕਟਲੀ ਦਾ ਸੇਮ ਵੇ ਗੁਰੂ ਗੋਬਿੰਦ ਸਾਹਿਬ ਨੂੰ ਪੂਰਾ ਯਕੀਨ ਸੀ ਕਿ ਮੇਰਾ ਖਾਲਸਾ ਉੱਥੇ ਪਹੁੰਚ ਚੁੱਕਾ ਜੀ। ਉਹਨਾਂ ਫਿਰ ਲੋਕਾਂ ਨੂੰ ਦੱਸਣ ਵਾਸਤੇ, ਲੋਕਾਂ 'ਚ ਯਕੀਨ ਪੈਦਾ ਕਿ ਉਹਨਾਂ ਟੈਸਟ ਲਿਆ। ਔਰ ਸਾਨੂੰ ਇਸ ਗੱਲ ਦਾ ਬਹੁਤ ਗੌਰਵ ਹੈ ਜੀ, ਬੜਾ ਮਾਣ ਹੈ ਕਿ ਸਾਡੇ ਪੁਰਖਿਆਂ ਨੇ ਗੁਰੂ ਸਾਹਿਬ ਦੇ ਵਿਸ਼ਵਾਸ ਨੂੰ ਡੋਲਣ ਨਹੀਂ ਦਿੱਤਾ ਜੀ। ਉਹਨਾਂ ਆਪਣੀਆਂ ਜਾਨਾਂ ਵਾਰ ਕੇ ਤੇ ਸਾਨੂੰ ਉਸ ਪਦਵੀ ਤੱਕ ਪਹੁੰਚਾਇਆ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਬਹੁਤ ਭੁੱਲ ਗਏ ਹਾਂ, ਉਹਨਾਂ ਨੂੰ ਵੈਲਿਊਜ਼ ਨੂੰ ਨਹੀਂ ਸਮਝ ਰਹੇ, ਇਹ ਸਾਡੀ ਬਦਕਿਸਮਤੀ ਹੈ। ਪਰ ਸਾਡੇ ਪੁਰਖਿਆਂ ਨੇ ਸਾਨੂੰ ਉਸ ਲੈਵਲ ਤੱਕ ਪਹੁੰਚਾਇਆ ਤੇ ਗੁਰੂ ਸਾਹਿਬ ਨੇ ਸਿਰਫ ਉਸ ਵੇਲੇ ਸਰਟੀਫਾਈ ਕੀਤਾ ਕਿ ਹਾਂ ਇਹ ਖਾਲਸਾ ਬਣ ਗਿਆ। ਰਾਜ ਦੀ ਜਦ ਗੱਲ ਕਰਨੀ ਹੈ ਤਾਂ ਰਾਜ, ਕਿਉਂਕਿ ਅਸੀਂ ਜਦੋਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦਾ ਕਨਸੈਪਟ ਦੀ ਜਦੋਂ ਅਸੀਂ ਉਦਾਹਰਨ ਦਿੰਦੇ ਹਾਂ ਤਾਂ ਅਸੀਂ ਉਸ ਨੂੰ ਸੀਮਿਤ ਕਰ ਦਿੰਦੇ ਹੈਗੇ ਹਾਂ ਲੈਂਡ ਨਾਲ ਕਿ ਜੀ ਰਾਜ ਕਿੱਥੇ ਸਾਡਾ ਹੋਏਗਾ। ਇਹਦੇ ਬਾਰੇ ਦੱਸੋ ਕਿ ਰਾਜ, ਕਿਸ ਰਾਜ ਦੇ ਬਾਰੇ ਗੁਰੂ ਸਾਹਿਬ ਗੁਰਬਾਣੀ 'ਚ ਗੱਲ ਕਰਦੇ? ਜੀ ਹਾਂ, ਗੁਰਬਾਣੀ ਦੇ ਵਿੱਚ ਜਿਹੜੀ ਰਾਜ ਦੀ ਕਨਸੈਪਟ ਹੈ ਉਹ ਬਿਲਕੁਲ ਡਿਫਰੈਂਟ ਹੈ। ਉਹ ਤੁਹਾਡੀ ਹੈਗੀ ਆ ਅਧਿਆਤਮਿਕ, ਫਿਰ ਉਹ ਅਧਿਆਤਮਿਕ ਲੈਵਲ ਦੀ ਗੱਲ। ਗੁਰਬਾਣੀ ਹੈ ਹੀ ਸਾਰੀ ਚੀਜ਼ ਆਤਮਿਕ ਤੇ ਅਧਿਆਤਮਿਕ ਦੀ ਗੱਲ ਹੈ। ਸਾਡੀ ਆਤਮਾ ਤੇ ਪਰਮ ਆਤਮਾ ਉਹਦੀ ਗੱਲ ਹੈ। ਉਹਦੇ ਵਿੱਚ ਜਿਹੜਾ ਦੁਨਿਆਵੀ ਰਾਜ ਹੈ ਇਹਦੀ ਕੋਈ ਇੰਪੋਰਟੈਂਸ ਨਹੀਂ। ਵੈਸੇ ਰਾਜੇ ਹੋਣਗੇ ਜੀ,
ਹੁੰਦੇ ਆਏ ਨੇ, ਹੋਏ ਨੇ ਤੇ ਹੁੰਦੇ ਰਹਿਣਗੇ, ਕਿਉਂਕਿ ਹਰ ਇੱਕ ਮੁਲਕ ਦਾ ਜਿਹੜਾ ਹੈਗਾ ਆ ਉਹਦਾ ਪ੍ਰਬੰਧ ਕਰਨ ਵਾਸਤੇ ਐਡਮਿਨਿਸਟ੍ਰੇਟਰ ਚਾਹੀਦੇ ਨੇ ਜੀ, ਪਰ ਉਹਨਾਂ ਵਿੱਚ ਜੇ ਚੰਗੇ ਨੇ ਉਹ ਬਾਕੀ ਵੀ ਕਿਸੇ ਵੀ, ਜੇ ਇੱਕ ਰਾਜਾ ਚੰਗਾ ਤੇ ਇੱਕ ਤਰਖਾਣ ਵੀ ਚੰਗਾ। ਭਾਈ ਗੁਰੂ ਨਾਨਕ ਸਾਹਿਬ ਪਹਿਲਾਂ ਕਿਸੇ ਰਾਜੇ ਦੇ ਘਰ ਨਹੀਂ ਗਏ ਜੀ, ਜਿਹੜੀ ਸੁੱਚੀ ਤੇ ਸੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਗਏ ਨੇ, ਉਹਨੂੰ ਜਾ ਕੇ ਉਹਨਾਂ ਨਵਾਜਿਆ। ਮਲਕ ਭਾਗੋ ਜਿਹੜਾ ਉਸ ਵੇਲੇ ਰਾਜ ਦਾ ਇੱਕ ਵੱਡਾ ਥੰਮ ਸੀ ਜੀ, ਉਹਦਾ ਲੰਗਰ ਛਕਣ ਵੀ ਨਹੀਂ ਗਏ ਠੀਕ, ਉਹਦਾ ਜਿਹੜਾ ਪ੍ਰੀਤੀ ਭੋਜਨ ਕੀਤਾ ਸੀਗਾ। ਜੇ ਰਾਜਾ ਚੰਗਾ ਹੈ ਜੀ ਤੇ ਉਹ ਵੀ ਬਾਕੀ ਸਿੱਖਾਂ ਨੂੰ ਚੰਗਾ ਰਾਜੇ ਸ਼ਿਵਨਾਭ ਚੰਗਾ ਸੀ, ਗੁਰੂ ਨਾਨਕ ਪਾਤਸ਼ਾਹ ਆਪ ਉਹਨੂੰ ਦਰਸ਼ਨ ਦੇਣਗੇ ਠੀਕ। ਸੋ ਅਸੀਂ ਇਹ ਨਹੀਂ ਕਹਿੰਦੇ ਵੀ ਰਾਜ ਕਰਨਾ ਮਾੜਾ ਜਾਂ ਚੰਗੀ ਗੱਲ ਹੈ, ਪਰ ਗੁਰਬਾਣੀ ਦੇ ਵਿੱਚ ਦੁਨਿਆਵੀ ਰਾਜ ਨੂੰ ਕੋਈ ਮਹਾਨਤਾ ਨਹੀਂ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਡਾਕਟਰ ਸਾਹਿਬ, ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਕਿਉਂਕਿ ਇੱਕ ਇਸ ਦੇ ਨਾਲ ਖਾਲਸੇ ਦੀ ਜਦੋਂ ਅਸੀਂ ਗੱਲ ਕਰਨੇ ਆ ਤਾਂ ਇਹ ਵੀ ਕਿਹਾ ਜਾਂਦਾ ਜਿਸ ਵਿਅਕਤੀ ਨੇ ਅੰਮ੍ਰਿਤ ਛਕਿਆ ਹੈ ਉਹੀ ਖਾਲਸਾ ਹੁੰਦਾ ਹੈ। ਸੋ ਅੰਮ੍ਰਿਤ ਦਾ ਜਿਹੜਾ ਕਨਸੈਪਟ ਤੇ ਖਾਲਸਾ, ਇਸ ਨੂੰ ਜੋੜ ਕੇ ਕੀ ਤੁਹਾਡੇ ਵਿਚਾਰ ਨੇ? ਇਸ ਬ੍ਰੇਕ ਤੋਂ ਬਾਅਦ ਜਾਣਕਾਰੀ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇਹ ਕਨਸੈਪਟ ਜੋ ਹੈ ਇਸ ਦੇ ਵਿੱਚ ਕੀ ਸਾਨੂੰ ਉਪਦੇਸ਼ ਮਿਲਦਾ ਹੈ? ਗੁਰਬਾਣੀ ਦੇ ਵਿੱਚ ਕਿਸ ਰਾਜ ਦੀ ਜੋ ਹੈ ਤੇ ਕਿਸ ਖਾਲਸੇ ਦੀ ਜੋ ਹੈ ਗੱਲ ਕੀਤੀ ਗਈ ਹੈ? ਆਓ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਡਾਕਟਰ ਦਵਿੰਦਰ ਸਿੰਘ ਸੇਖੋਂ ਤੋਂ। ਜੀ ਡਾਕਟਰ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਚੱਲ ਰਹੀ ਸੀ ਕਿ ਰਾਜ ਜਿਹੜਾ ਸੀ ਉਹ ਦੁਨਿਆਵੀ ਰਾਜ ਬਾਰੇ ਉਸ ਦੀ ਇੰਨੀ ਉਹਨੂੰ ਅਹਿਮੀਅਤ ਨਹੀਂ ਦਿੱਤੀ, ਕੋਈ ਅਹਿਮੀਅਤ ਨਹੀਂ। ਓਕੇ, ਹੁਣ ਗੱਲ ਆਉਂਦੀ ਜੀ, ਅਸੀਂ ਇਹ ਵੀ ਸੁਣਿਆ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ। ਜੀ ਇਹ ਜਦੋਂ ਇਹ ਲਿਖੇ ਗਏ ਨੇ, ਇਹ ਜਿਹੜੀਆਂ ਤੁਕਾਂ ਅੱਜ ਅਸੀਂ ਵਰਤਦੇ ਹੈਗੇ ਆ, ਇਹ ਕਿਹਨਾਂ ਦੀਆਂ ਲਿਖੀਆਂ ਗਈਆਂ ਨੇ ਜੀ ਸਾਰੀਆਂ? ਇਹ ਜੀ ਆਮ ਤੌਰ ਤੇ ਸਾਨੂੰ ਵਿਸ਼ਵਾਸ ਦਿੱਤਾ ਗਿਆ, ਬਣਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਜੀ, ਪਰ ਉਹਨਾਂ ਦੀ ਰਚਨਾ ਬਿਲਕੁਲ ਨਹੀਂ, ਕਿਉਂਕਿ ਉਹ ਗੁਰੂ ਨਾਨਕ ਦਾ ਰੂਪ ਨੇ। ਉਹਨਾਂ ਨੂੰ ਜੇ ਅਸੀਂ ਇਹਨਾਂ ਰਚਨਾਵਾਂ ਨਾਲ ਜੋੜਦੇ ਹਾਂ ਫਿਰ ਅਸੀਂ ਉਹਨਾਂ 'ਚ ਇੱਕ ਬਹੁਤ ਵੱਡਾ ਰੱਜ ਕ੍ਰੀਏਟ ਕਰ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੀਗੀ ਵਿਚਾਰਧਾਰਾ ਉਹਨਾਂ ਨਾਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਡਿਫਰੈਂਟ ਹੈ ਜੀ। ਜੇ ਅਸੀਂ ਇਹ ਨਹੀਂ ਮੰਨਦੇ ਫਿਰ ਉਹਨਾਂ ਦੀ ਰਚਨਾ ਇਹਨਾਂ ਗੱਲਾਂ ਬਾਰੇ ਹੋ ਹੀ ਨਹੀਂ ਸਕਦੀ, ਕਿਉਂਕਿ ਇਹਦੇ ਨਾਲ ਇੱਕ ਹੋਰ ਗੱਲ ਹੈਗੀ ਕਿ ਇਹਨੂੰ ਜਿਹੜਾ ਹੈਗੇ ਤੋਕਿਆ ਨਾ, ਇਹ ਕਿਸੇ ਸਿੱਖ ਨੇ ਲਿਖੀ ਆ ਜੀ, ਮੈਨੂੰ ਨਹੀਂ ਪਤਾ ਗਿਆਨ ਸੋਹਣਾ ਲਿਖੀ ਜਾਂ ਕਿਸੇ ਹੋਰ ਨੇ ਜੀ, ਪਰ ਇਹਨੂੰ ਜੇ ਆਪਾਂ ਜੇ ਇਹਨੂੰ ਇੰਟਰਪ੍ਰੇਟ ਵੀ ਕਰਨਾ ਹੋਵੇ ਤੇ ਇਹਦੀ ਇੰਟਰਪ੍ਰੇਸ਼ਨ ਠੀਕ ਨਹੀਂ ਹੈ। ਗੁਰਬਾਣੀ ਵਿੱਚ ਕਿਤੇ ਵੀ ਕੌਮੇ ਨਹੀਂ ਵਰਤੇ ਗਏ। ਹੁਣ ਜਦੋਂ ਆਪਾਂ ਕਹਿੰਦੇ ਹਾਂ ਕਿ ਰਾਜ ਬਿਨਾ ਨਹੀਂ ਧਰਮ ਚੱਲੇ ਹੈ, ਆਮ ਅਸੀਂ ਮਤਲਬ ਇਹਦਾ ਇਹ ਕਰਦੇ ਹਾਂ ਕਿ ਜਿੰਨਾ ਚਿਰ ਰਾਜ ਨਹੀਂ ਉਹਨਾਂ 'ਚ ਧਰਮ ਨਹੀਂ ਚੱਲ ਸਕਦਾ ਜੀ। ਗੁਰੂ ਨਾਨਕ ਨੇ ਕੋਈ ਰਾਜ ਨਹੀਂ ਸੀ ਕੀਤਾ, ਜਿੰਨਾ ਉਹਨਾਂ ਨੇ ਧਰਮ ਫੈਲਾਇਆ। ਇਹ ਸਾਡੀ ਕਮਜ਼ੋਰੀ ਹੈ ਜੀ ਕਿ ਅਸੀਂ ਉਹਨੂੰ ਅੱਗੇ ਨਹੀਂ ਲਿਜਾ ਸਕੇ ਠੀਕ। ਜੋ ਸੱਚ ਦਾ ਸੁਣਿਆ ਉਹਨਾਂ ਨੇ ਦਿੱਤਾ। ਹੁਣ ਸੱਤਾ ਤੇ ਬੁਲਾਉਣ ਲਿਖਦੇ ਨੇ ਆਪਣੀ ਵਾਰ ਵਿੱਚ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿਹੜਾ ਰਾਜ ਚਲਾਇਆ ਸੀ ਗੁਰੂ ਨਾਨਕ ਸਾਹਿਬ? ਉਹ ਧਰਮ ਕਿਵੇਂ ਫੈਲ ਗਿਆ? ਬੁੱਧ ਨੇ ਕਿਹੜਾ ਰਾਜ ਚਲਾਇਆ ਸੀ? ਰਾਈਟ, ਉਹ ਕਿਵੇਂ ਤਾਂ ਯਿਸੂ ਮਸੀਹ ਜੀ ਨੇ ਕੀ ਰਾਜ ਫੈਲਾਇਆ ਸੀ, ਰਾਜ ਚਲਾਇਆ ਸੀ। ਇਹ ਰਾਜ ਨਾਲ ਧਰਮ ਨਹੀਂ ਚੱਲਦੇ। ਅਸਲ 'ਚ ਗੱਲ ਇਹ ਹੈ, ਰਾਜ ਇੱਥੇ ਪਾਸ ਦਿਓ, ਬਿਨਾਂ ਨਹੀਂ ਧਰਮ। ਜਿਹੜਾ ਧਰਮ ਤੋਂ ਬਿਨਾਂ ਰਾਜ ਹੈ ਉਹ ਨਹੀਂ ਚੱਲ ਸਕਦਾ, ਕਿਉਂਕਿ ਜਿਹੜੇ ਰਾਜ ਦੇ ਵਿੱਚ ਧਰਮ ਨਹੀਂ, ਇਨਸਾਫ ਨਹੀਂ, ਸਚਾਈ ਨਹੀਂ, ਹੇਰਾ ਫੇਰੀ ਹੈ, ਵੱਡੀ ਹੈ, ਉਹ ਬਹੁਤੀ ਦੇਰ ਨਹੀਂ ਚੱਲ ਸਕਦਾ। ਇਹ ਸਿੱਖਿਆ ਹੈ ਇਸ ਵਿੱਚ। ਇਹ ਨਹੀਂ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਉਲਟ ਗੱਲ ਇਹ ਹੈ ਕਿ ਜਿਹੜਾ ਰਾਜ ਹੈ ਇਹ ਧਰਮ ਤੋਂ ਬਿਨਾਂ ਨਹੀਂ ਚੱਲ ਸਕਦਾ। ਇਹਦੀ ਜਿਹੜੀ ਨੀਂਹ ਹੈ ਉਹ ਕੱਚੀ ਹੈ, ਉਹ ਸੱਚੀ ਜਾਂ ਸਤਾਣੀ ਨੀਂਹ ਨਹੀਂ, ਇਹਦੀ ਨੀਂਹ ਤਾਕਤਵਰ ਨਹੀਂ, ਸ਼ਕਤੀਸ਼ਾਲੀ ਨੀਂਹ ਇਹਦੀ ਨਹੀਂ ਹੈਗੀ। ਇਹ ਨੀਂਹ ਕੱਚੀ ਹੈ, ਇਹ ਕੱਚੀ ਨੇ ਕਿਸੇ ਦੇ ਡਿੱਗ ਪੈਣਾ। ਅਸਲ 'ਚ ਗੱਲ ਇਹ ਹੈ ਜੇ ਆਪਾਂ ਉਹਨੂੰ ਇਹ ਵੀ ਲਈਏ ਤੇ ਰਾਈਟ, ਤੇ ਧਰਮ ਅੱਗੇ ਕਲੀਅਰ ਕੀਤਾ, ਧਰਮ ਬਿਨਾਂ ਸਭ ਦਲੇ ਮਲੇ। ਜੇ ਧਰਮ ਨਹੀਂ, ਇਨਸਾਫ ਨਹੀਂ ਹੈ ਤੇ ਸਭ ਗੜਬੜ ਚਾਰ ਛੋੜੇ, ਫਿਰ ਤੇ ਹਰ ਇੱਕ ਚੀਜ਼ ਦਾ ਖਿਚੜੀ ਬਣੀ ਪਈ। ਖਾਲਸਾ ਦੀ ਜਦੋਂ ਅਸੀਂ ਗੱਲ ਕਰਦੇ ਜੀ, ਉਸ ਨੂੰ ਐਸੋਸੀਏਟ ਕੀਤਾ ਜਾਂਦਾ ਹੈ ਅੰਮ੍ਰਿਤ ਛਕਣ ਨਾਲ। ਜੀ ਹਾਂ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਅੰਮ੍ਰਿਤ ਦੀ ਜਿਹੜੀ ਇੰਪੋਰਟੈਂਸ ਹੈਗੀ ਤੇ ਨਾਲ ਜਦੋਂ ਅਸੀਂ ਇਸ ਨੂੰ ਰਿਲੇਟ ਕਰਦੇ ਹਾਂ ਖਾਲਸੇ ਨਾਲ। ਐਬਸੋਲੂਟਲੀ, ਮੈਂ ਸ਼ੁਰੂ 'ਚ ਵੀ ਬੇਨਤੀ ਕੀਤੀ ਸੀ ਕਿ ਗੁਰੂ ਅੰਗਦ ਸਾਹਿਬ, ਬਾਕੀ ਗੁਰੂ ਨਾਨਕ ਸਾਹਿਬ ਦੇ ਸਾਰੇ ਸਿੱਖ ਤੇ ਅਪ ਟੂ 1699 ਦੀ ਵਿਸਾਖੀ ਤੋਂ ਪਹਿਲਾਂ ਉਹ ਸਾਰੇ ਜਿਹੜੇ ਉੱਚ ਕੋਟੀ ਦੇ ਸਿੱਖ ਸੀ, ਉੱਚੇ ਜੀਵਨ ਵਾਲੇ ਸਿੱਖ ਸੀ, ਉਹ ਸਾਰੇ ਖਾਲਸਾ ਸੀ। ਜਿਹੜਾ ਅੰਮ੍ਰਿਤ ਛਕਣ ਦੀ ਗੱਲ ਹੈਗੀ ਹੈ ਜੀ, ਸਿੱਖੀ ਜਿਹੜੀ ਹੈ ਇੱਕ ਸਫ਼ਰ ਹੈ ਜੀ, ਤੇ ਖਾਲਸਾ ਮੰਜ਼ਿਲ ਹੈ। ਇਹਦਾ ਰਸਤਾ ਵੀ ਇੱਕੋ ਹੈ, ਇਹਦਾ ਤੇ ਮੰਜ਼ਿਲ ਵੀ ਇੱਕੋ ਹੈ। ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਹੇਕੋ ਪਾਦਰ ਹੇਕ ਦਰ, ਗੁਰ ਪੌੜੀ ਨਿਜ ਥਾਨ। ਰਸਤਾ ਵੀ ਇੱਕੋ ਹੈ,
ਤੇ ਜਿਹੜੀ ਨਿਜ ਥਾਨ ਹੈ, ਮੰਜ਼ਿਲ ਜਿਹੜੀ ਹੈ ਉਹ ਵੀ ਇੱਕੋ ਆ। ਗੁਰ ਜਿਹੜੀ ਆ ਪੌੜੀ ਹੈ। ਇਹ ਸਿੱਖੀ ਜਿਹੜੀ ਹੈ ਸਫ਼ਰ ਹੀ ਹੈ ਸਿਰ। ਉਹਦੇ ਵਾਸਤੇ ਸਾਧਨ ਅਸੀਂ ਵੱਖਰੇ ਵੱਖਰੇ, ਉਸ ਸਫ਼ਰ ਨੂੰ ਤੈਅ ਕਰਨ ਵਾਸਤੇ ਸਾਧਨ ਵੱਖਰੇ ਵੱਖਰੇ ਵਰਤ ਸਕਦੇ ਹਾਂ, ਰਸਤੇ ਨਹੀਂ। ਠੀਕ, ਮੈਂ ਇੱਥੇ ਕਲੀਅਰ ਕਰਦੇ ਹਾਂ, ਰਸਤਾ ਤੇ ਸਾਧਨ ਦੋ ਗੱਲਾਂ ਨੇ। ਫਰਜ਼ ਕਰੋ ਜੇ ਅੰਮ੍ਰਿਤਸਰ ਤੋਂ ਆਪਾਂ ਦਿੱਲੀ ਜਾਣਾ ਹੈ, ਤੇ ਜਿਹੜਾ ਸਿੱਧਾ ਰਸਤਾ ਹੈ ਉਹ ਇੱਕੋ ਹੀ ਆ, ਪਰ ਹੁਣ ਅਸੀਂ ਪੈਦਲ ਵੀ ਜਾ ਸਕਦੇ ਹਾਂ, ਸਾਈਕਲ ਤੇ ਚੱਲ ਜਾਈਏ, ਬੱਸ ਤੇ ਚੱਲ ਜਾਈਏ, ਗੱਡੀ ਤੇ ਚੱਲ ਜਾਈਏ, ਹਵਾਈ ਜਹਾਜ਼ ਚੱਲੀਏ, ਸਾਧਨ ਸਾਡੇ ਵੱਖਰੇ ਵੱਖਰੇ ਹੋ ਸਕਦੇ ਨੇ। ਜਿਹੜਾ ਅੰਮ੍ਰਿਤ ਹੈ ਜੀ, ਖੰਡੇ ਬਾਟੇ ਦਾ ਅੰਮ੍ਰਿਤ, ਗੁਰੂ ਸਾਹਿਬ ਨੇ ਉਹਨੂੰ ਉਸ ਵੇਲੇ ਅੰਮ੍ਰਿਤ ਨਹੀਂ ਸੀ ਕਿਹਾ, ਇਹਨੂੰ ਪਾਹੁਲ ਕਿਹਾ ਸੀ। ਅੰਮ੍ਰਿਤ ਅਸੀਂ ਬਾਅਦ ਵਿੱਚ ਉਹਨੂੰ ਬਦਲ ਲਿਆ। ਅਸਲ ਦੇ ਵਿੱਚ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸੇ ਦਾ ਟੈਸਟ ਕੀਤਾ ਜੀ, ਉਹਨੇ ਗਦ ਹੋ ਗਏ ਖਾਲਸੇ ਦੇ ਇਸ ਰੂਪ ਤੇ ਵੀ ਇਹ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ ਜੀ। ਉੱਥੇ ਫਿਰ ਉਹਨਾਂ ਨੇ ਬੜੀਆਂ ਖੁਸ਼ੀ ਚ ਆ ਕੇ ਬੜੇ ਉਹਨਾਂ ਨੇ ਵਰ ਦਿੱਤੇ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਆਪ ਨਿਵਾਸ ਕਰ ਰਹੇ ਨੇ, ਉਹ ਖਾਲਸਾ ਹੈ। ਉਸ ਪਿਕਚਰ ਨੂੰ ਫਿਰ ਉਹਨਾਂ ਨੇ ਦੁਨਿਆਵੀ ਜਿਹੜੇ ਔਗਣ ਨੇ ਇਹਨਾਂ ਤੋਂ ਬਚਾਉਣ ਵਾਸਤੇ ਜੀ ਉਹਨਾਂ ਵਾਰਡ ਕਰਨੀ ਚਾਹੀ। ਓਕੇ, ਵੀ ਇਹਨੂੰ ਤਾਂ ਕਿ ਕਿਸੇ ਦਾ ਬਾਹਰੋਂ ਅਟੈਕ ਨਾ ਹੋ ਸਕੇ, ਇਹ ਇਸ ਲੈਵਲ ਤੋਂ ਥੱਲੇ ਨਾ ਆ ਸਕਣ, ਉਹਨਾਂ ਨੇ ਵਾਰਡ ਦਿੱਤੀ, ਜਿਹਦੇ ਵਿੱਚ ਉਹਨਾਂ ਅੰਮ੍ਰਿਤ ਛਕਾ ਕੇ ਸਹੁੰ ਲਈ। ਅੰਮ੍ਰਿਤ ਛਕਣਾ ਗੁਰੂ ਨਾਲ ਵਚਨਬੱਧ ਹੋਣਾ ਜੀ। ਅੰਮ੍ਰਿਤ ਛਕ ਕੇ ਅਸੀਂ ਗੁਰੂ ਨਾਲ ਸਹੁੰ ਚੁੱਕਦੇ ਹਾਂ ਕਿ ਅਸੀਂ ਤੇਰੇ ਦੱਸੇ ਹੋਏ ਰਾਹ ਤੇ ਚੱਲਾਂਗੇ। ਠੀਕ, ਫਿਰ ਨਾਲ ਉਹਨਾਂ 5 ਕਕਾਰ ਬਖਸ਼ੇ, ਕੇਸ, ਕੜਾ, ਕੰਘਾ, ਕੱਛਾ, ਕਿਰਪਾਨ ਵਾਲੇ। ਉਹ ਸਾਨੂੰ ਉਸ ਇੱਕ ਬੰਦਿਸ਼ ਵਿੱਚ ਪਾਉਣ ਲਈ ਜੀ, ਉਹਨਾਂ ਅਸੀਂ ਚੰਗੇ ਗੱਲਾਂ ਤੋਂ ਬਾਹਰ ਨਾ ਨਿਕਲ ਸਕੀਏ। ਫਿਰ ਗੁਰੂ ਸਾਹਿਬ ਨੇ ਰਹਿਤ ਦਾ ਮਰਿਆਦਾ ਸੀ ਜੀ, ਉਹਨੂੰ ਬਹੁਤ ਸਖਤੀ ਨਾਲ ਅਪਣਾਉਣ ਨੂੰ ਕਿਹਾ ਜੀ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚਿਹਰਾ ਜੀ। ਰਹਿਣੀ ਤੇ ਹੀ ਜ਼ੋਰ ਦਿੱਤਾ ਹੈ। ਜੇ ਖਾਲੀ ਅੰਮ੍ਰਿਤ ਛਕ ਕੇ ਅਸੀਂ ਫਿਰ ਆਪਣੇ ਕੁਤਬਣੇ ਕਰਦੇ ਹਾਂ, ਮਾੜੀਆਂ ਕੰਮ ਕਰਤੂਤਾਂ ਮਾੜੀਆਂ ਕਰਦੇ ਹਾਂ, ਤੇ ਗੁਰੂ ਸਾਹਿਬ ਨੂੰ ਨਹੀਂ ਮੰਨਦੇ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਛਕਣ ਦਾ ਭਾਵ ਇਹ ਹੈ, ਇਹ ਹੁਣ ਸਾਧਨ ਹੋ ਗਿਆ। ਜਿਹੜਾ ਬੰਦੇ ਦੀ ਆਤਮਿਕ ਲੈਵਲ ਆਲਰੇਡੀ ਇੰਨਾ ਉੱਚਾ ਹੈ, ਗੁਰੂ ਅੰਗਦ ਨੂੰ ਅੰਮ੍ਰਿਤ ਛਕ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਪਈ ਜੀ। ਹੁਣ ਕਈ ਗੁਰੂ ਗੋਬਿੰਦ ਸਿੰਘ ਵੇਲੇ ਵੀ ਕਈ ਉੱਚੇ ਆਤਮਿਕ ਵਾਲੇ ਦਰਜੇ ਦੇ ਸਿੱਖ, ਜਿਵੇਂ ਭਾਈ ਨੰਦ ਲਾਲ ਸੀ, ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਕਿਉਂਕਿ ਉਹ ਆਲਰੇਡੀ ਦਿੱਲੀ, ਜੇ ਸਾਡਾ ਮੰਜ਼ਿਲ ਦਿੱਲੀ ਹੈ, ਉਹ ਆਲਰੇਡੀ ਦਿੱਲੀ ਪਹੁੰਚੇ ਪਏ। ਅੰਮ੍ਰਿਤ ਛਕਣ ਦੀ ਜਦੋਂ ਅੰਮ੍ਰਿਤਸਰ ਤੋਂ ਚੱਲਣਾ ਹੈ, ਉਹਨੂੰ ਲੋੜ ਹੈਗੀ, ਉਹਨੂੰ ਛਕਣਾ ਪਏਗਾ। ਜਿਹੜਾ ਬੰਦਾ ਆਲਰੇਡੀ ਉੱਥੇ ਪਹੁੰਚਿਆ, ਉਹਨੂੰ ਛਕਣ ਦੀ ਲੋੜ ਨਹੀਂ। ਔਰ ਛਕ ਕੇ ਇਹ ਨਾ ਸਮਝਣਾ ਕਿ ਮੈਂ ਅੰਮ੍ਰਿਤ ਛਕ ਲਿਆ ਤੇ ਮੈਨੂੰ ਹੁਣ ਬਹੁਤ ਮੈਂ ਵੱਡਾ ਸਿੱਖ ਹੋ ਕੇ ਨਾ। So basically it is not just a ceremony. What you are saying no, is not at all. It's living, not just a ceremony, it's a living. Right. It's a living. ਤੁਸੀਂ ਉਹਦਾ ਜ਼ਿੰਦਗੀ ਆਪਣੀ ਦੀ ਜੀਣੀ ਹੈ। ਠੀਕ, ਇਹ ਸਿੱਖ ਨੂੰ ਫੈਸਿਲਿਟੇਟ ਕਰਦੀ ਹੈ, ਉਹਦਾ ਸਾਧਨ ਹੈ, ਉਹਨੂੰ ਇੰਪਰੂਵ ਕਰਦੀ ਹੈ ਜੀ। ਪਰ ਜਿਹੜਾ ਬੰਦੇ ਦਾ ਲੈਵਲ ਆਲਰੇਡੀ ਉੱਥੇ ਪਹੁੰਚਾ, ਉਹਨੂੰ ਉਸ ਮਹਾਂਪੁਰਖ ਨੂੰ ਇਹ ਖੰਡੇ ਬਾਟੇ ਅੰਮ੍ਰਿਤ ਛਕਣ ਦੀ ਲੋੜ ਨਹੀਂ ਰਹਿ ਜਾਂਦੀ। ਓਕੇ ਜੀ, ਇੱਕ ਹੋਰ ਜਿਹੜੀ ਗੱਲ ਆਉਂਦੀ ਕਿ ਅੱਜ ਅਸੀਂ 5 ਕਿਆ ਜਿਹੜੇ ਤੁਸੀਂ ਜ਼ਿਕਰ ਕੀਤਾ, ਕੱਛਾ, ਕੜਾ, ਕਿਰਪਾਨ, ਕੰਘਾ, ਜੀ ਹਾਂ, ਇਹ ਆਰ ਥੀਸ ਜਸਟ ਮੇਅਰ ਸਿੰਬਲਸ? ਕਿਉਂਕਿ ਅਸੀਂ ਉਹਨੂੰ ਪ੍ਰੈਜ਼ੈਂਟ ਕਰ ਰਹੇ ਹਾਂ ਸਿਕਸ ਐਸ ਸਿੰਬਲਸ। ਨਾਟ ਐਟ ਆਲ, ਨਾਟ ਐਟ ਆਲ। ਇਹ ਜਿਵੇਂ ਤੁਹਾਨੂੰ ਕਿਹਾ ਸੀ ਬੰਦਸ਼ਾਂ ਜੀ। ਹੁਣ ਜਿਹੜਾ ਫਰਜ਼ ਕੋ ਲੈਟਸ ਸੇ ਕਿ ਆਪਾਂ ਕੇਸ ਤੋਂ ਸ਼ੁਰੂ ਕਰਦੇ ਹਾਂ ਜੀ, ਕੇਸ ਇੱਕ ਵੱਖਰੀ ਸਾਡੀ ਆਈਡੈਂਟੀਟੀ। ਕਈ ਲੋਕ ਕਹਿੰਦੇ ਜੀ ਵੀ ਇਹ ਬਾਕੀ ਹੁਣ ਯਿਸੂ ਮਸੀਹ ਦੇ ਕੇਸ ਨਹੀਂ ਸੀ, ਉਹ ਸੀ, ਉਹ ਰੱਬ ਨੂੰ ਨਹੀਂ ਮਿਲੇ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਕੇਸਾਂ ਤੋਂ ਬਿਨਾਂ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ, ਪਰ ਇਹ ਸਾਡੇ ਗੁਰੂ ਦਾ ਹੁਕਮ ਹੈ। ਸਿੱਖ ਵਾਸਤੇ ਸਭ ਤੋਂ ਜਿਹੜੀ ਮੋਸਟ ਇੰਪੋਰਟੈਂਟ ਗੱਲ ਗੁਰੂ ਦਾ ਹੁਕਮ, ਗੁਰੂ ਦਾ ਹੁਕਮ ਹੈ। ਇਹ ਮੇਰੇ ਗੁਰੂ ਦਾ ਹੁਕਮ ਹੈ, ਮੈਂ ਉਹਦੇ ਹੁਕਮ ਵਿੱਚ ਰਹਿਣਾ। ਮੈਂ ਵੈਸੇ ਜਿਹੜੀ ਕਿਤਾਬ ਇੱਕ ਆਈ, ਉਹ 'ਚ ਮੈਂ ਕੇਸਾਂ ਦੀ ਇੰਪੋਰਟੈਂਸ, ਮੇਰਾ ਜਿਹੜਾ ਵੈਬਸਾਈਟ ਹੈ ਜੀ, ਉੱਤੇ ਮੈਂ ਕੇਸਾਂ ਦੀ ਇੰਪੋਰਟੈਂਸ ਲਿਖੀ। ਕਿਹੜੀ ਵੈਬਸਾਈਟ ਜੀ? www.gurbanisandesh.com। ਓਕੇ, ਉੱਤੇ ਮੈਂ ਕੇਸਾਂ ਦੀ ਇੰਪੋਰਟੈਂਸ ਲਿਖੀ। ਉਹਦੇ 'ਚ ਬਹੁਤ ਹੋਰ ਸਾਰੇ ਕੇਸਾਂ ਦੇ ਵਧੀਆ ਗੁਣ ਨੇ, ਜਿਹੜੇ ਸਾਨੂੰ ਸਾਡੀ ਜਿਹੜਾ ਲੈਵਲ ਹੈ ਉਹਨੂੰ ਉੱਚਾ ਚੁੱਕਦੇ ਨੇ ਜਾਂ ਸਾਡਾ ਜੀਵਨ ਸੋਹਣਾ ਬਣਾਉਂਦੇ ਨੇ। ਪਰ ਸਾਡੇ ਵਾਸਤੇ ਇੱਕੋ ਹੀ ਗੱਲ ਹੈ ਵੀ ਸਾਡੇ ਗੁਰੂ ਦਾ ਹੁਕਮ ਹੈ। ਇਹ ਸਾਡੀ ਵੱਖਰੀ ਆਈਡੈਂਟੀਟੀ, ਸਾਨੂੰ ਜੋ ਰਿਸਪੈਕਟ ਮਿਲਦੀ ਹੈ, ਇਜ਼ਤਮਾਨ ਮਿਲਦਾ ਹੈ, ਇਹ ਉਹਦੇ ਕਰਕੇ। ਇੱਕ ਗੁਰਸਿੱਖ ਨੂੰ ਵੇਖ ਕੇ ਦੂਜਾ ਗੁਰਸਿੱਖ ਖੁਸ਼ ਹੁੰਦਾ ਹੈ ਜੀ, ਤੇ ਇਹ ਸਾਡੀ ਵੱਖਰੀ ਪਛਾਣ ਹੈ। ਅਸੀਂ ਇਸ ਸਤਿਕਾਰੇ ਜਾਂਦੇ। ਬੜੀਆਂ ਐਗਜ਼ਾਮਪਲਾਂ ਨੇ ਹਿਸਟਰੀ 'ਚ ਆਉਂਦੀਆਂ। ਮਹਾਰਾਜਾ ਭੁਪਿੰਦਰ ਸਿੰਘ, ਚਾਹੇ ਉਹ ਕਿਸ ਤਰ੍ਹਾਂ ਦੇ ਸੀਗੇ, ਕਹਿੰਦੇ ਜਦੋਂ ਮਿਲਣ ਗਏ ਹਿਟਲਰ ਨੂੰ ਤਾਂ ਉਹਦੀ ਪਰਸਨੈਲਿਟੀ ਵੇਖ ਕੇ ਦੰਗ ਰਹਿ ਗਿਆ। ਮੈਂ ਕੁਇਕਲੀ ਕਹਿ ਰਿਹਾ ਕਿ ਮੈਂ 72 ਦੇ ਵਿੱਚ ਆਇਆ ਜੀ ਇੱਥੇ ਡੇਵਿਸ ਕੈਲੀਫੋਰਨੀਆ PhD ਕਰਨ ਵਾਸਤੇ, ਸਟੂਡੈਂਟ ਵੀਜ਼ੇ ਤੇ। ਉਸੇ ਸਾਲ ਮੈਂ ਸਤੰਬਰ ਦਾ ਇਸ਼ੂ 'ਚ ਵੇਖਿਆ ਨੈਸ਼ਨਲ ਜਿਓਗ੍ਰਾਫੀ ਦੇ ਮੈਗਜ਼ੀਨ ਦੇ ਵਿੱਚ ਇੱਕ ਗੋਰੇ ਨੇ ਕਹਾਣੀ ਲਿਖੀ, ਸਫ਼ਰ ਲਿਖਿਆ ਸੀ ਆਪਣਾ, ਵੀ ਮੈਂ ਅੰਮ੍ਰਿਤਸਰ ਦਿੱਲੀ ਫਸਟ ਕਲਾਸ ਜਾ ਰਿਹਾ ਸੀ। ਕਹਿੰਦਾ ਉੱਥੇ ਮੇਰੇ ਨਾਲ ਸਰਦਾਰ ਬੈਠੇ, ਰਾਤ ਸੀ। ਕਹਿੰਦਾ ਅਗਲੇ ਦਿਨ ਜਦੋਂ ਸਵੇਰੇ ਸਰਦਾਰ ਸਾਹਿਬ ਵਾਸ਼ਰੂਮ ਤੋਂ ਜਾ ਕੇ ਆਏ
ਤੇ ਜਦੋਂ ਉਹਨਾਂ ਨੇ ਮੈਂ ਉਹਨਾਂ ਦੀ ਦਾੜੀ ਬੱਧੀ ਤੇ ਸਾਰੀ ਪੱਗ ਰੱਖੀ ਵੇਖੀ, ਇੱਕ ਇਨ ਮੈਨੂੰ ਮੈਂ ਤੁਹਾਨੂੰ ਕੋਟ ਕਰਨਾ, ਕਹਿੰਦਾ ਆਈ ਹੈਵ ਨੈਵਰ ਸੀਨ ਸੱਚ ਐਨ ਇੰਪ੍ਰੈਸਿਵ ਹਿਊਮਨ ਬੀਇੰਗ ਇਨ ਮਾਈ ਇੰਟਾਇਰ ਲਾਈਫ। ਐਡਾ ਵਧੀਆ ਬੰਦਾ ਮੈਨੂੰ ਕਦੇ ਨਹੀਂ ਮਿਲਿਆ। ਸੋ ਇਹਦੇ ਨਾਲ ਐਡੀ ਵਧੀਆ ਪਰਸਨੈਲਿਟੀ ਬਣਦੀ ਹੈ ਜੀ, ਪਰ ਅਸੀਂ ਉਹ ਵੀ ਸਭ ਗੱਲਾਂ ਭੁੱਲ ਗਏ, ਆਪਣਾ ਵਿਰਸਾ ਸਾਰਾ ਭੁੱਲ ਗਏ। ਰਾਈਟ। ਤੇ ਅਸੀਂ ਬਾਕੀ ਜਿਹੜਾ ਹੈਗਾ ਕੇਸ ਇਸ ਕਰਕੇ ਜ਼ਰੂਰੀ ਨੇ, ਕੰਘਾ ਕੇਸਾਂ ਦੀ ਸੰਭਾਲ ਵਾਸਤੇ ਇਹ ਨਹੀਂ ਵੀ ਸਿੱਖ ਰੱਖਦੇ ਮੁੜ ਕੇ ਜੜਾਵਾਂ ਪਾ ਲਈਆਂ। ਕੱਛਾ ਸਾਡੇ ਜਿਹੜਾ ਹੈਗਾ ਆ ਉੱਚਾ ਆਚਰਣ, ਉਹਦੀ ਇੱਕ ਕਿਸਮ ਸਾਨੂੰ ਜਿਵੇਂ ਹੁੰਦੀ ਹੈ ਨਾ, ਹਾਂਜੀ, ਉਹਦਾ ਪ੍ਰਤੀਕ ਹੈ, ਉਹ ਸਾਨੂੰ ਦੱਸਦਾ ਹੈ ਕਿ ਤੂੰ ਭਾਈ ਆਪਣੇ ਇਹਦੇ ਅੰਦਰ ਰਹਿਣਾ, ਇਹ ਤੇਰੀ ਲਕੀਰ ਹੈ, ਲక్ష్మణ ਰੇਖਾ ਹੈ। ਸੋ ਬਾਉਂਡਰੀਜ਼ ਨੇ ਬੇਸਿਕਲੀ ਇਹ ਸਾਰੇ ਜਿਹੜੇ ਐਬਸੋਲੂਟਲੀ ਰਾਈਟ, ਉਹ ਬਾਉਂਡਰੀਜ਼ ਦੇ ਨਾਲ ਸਾਡੇ ਜਿਹੜੇ ਰਿਸਪੌਂਸਿਬਿਲਿਟੀਜ਼ ਨੇ ਉਹ ਸਾਨੂੰ ਉਹ ਯਾਦ ਦਿਵਾਉਂਦੇ। ਬਿਲਕੁਲ ਰਾਈਟ, ਨਾ ਕਿ ਸਿਰਫ ਸਿੰਬਲਸ ਹੈ ਨਾ ਜੀ। ਸਿਰਫ ਜਿਵੇਂ ਹੁਣ ਇੱਕ ਪੁਲਿਸ ਵਾਲਾ ਹੈ, ਰਾਈਟ, ਉਹ ਪੁਲਿਸ ਦੀ ਯੂਨੀਫਾਰਮ ਪਾ ਕੇ ਤੇ ਵੈਰੀ ਲੈਸ ਲਾਈਕਲੀ ਟੂ ਕਮਿਟ ਐਨੀ ਕ੍ਰਾਈਮ। ਰਾਈਟ। ਇਸੇ ਤਰ੍ਹਾਂ ਕਿਉਂਕਿ ਰਿਸਪੌਂਸਿਬਿਲਿਟੀ ਉਸ ਦਾ ਅਹਿਸਾਸ ਹੈਗਾ, ਉਸ ਨੂੰ ਰਿਸਪੌਂਸਿਬਿਲਿਟੀ ਦਾ। ਸੋ ਕਮਿੰਗ ਬੈਕ ਟੂ ਦ ਇਸ਼ੂ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ, ਜਿਹੜਾ ਇਹ ਕਨਸੈਪਟ ਜਿਸ ਤਰ੍ਹਾਂ ਅੱਜ ਅਸੀਂ ਪੇਸ਼ ਕਰ ਰਹੇ ਹੈਗੇ ਆ, ਉਹ ਗੁਰੂ ਦਾ ਇਹ ਜਾਂ ਜਿਹੜੇ ਇਹ ਲਿਖੇ ਗਏ ਉਹ ਮਕਸਦ ਇਹ ਨਹੀਂ ਸੀ। ਗੁਰਬਾਣੀ ਦੇ ਵਿੱਚ ਕੁਝ ਹੋਰ ਅਧਿਆਤਮਿਕ ਲੈਵਲ ਤੇ ਆਪਣੇ ਅਧਿਆਤਮਿਕ ਲੈਵਲ ਦੀ ਇਹਦੇ ਵਿੱਚ ਵੇਖੋ ਨਾ ਜੀ, ਇਹਦੀਆਂ ਦੋਵੇਂ ਗੱਲਾਂ ਨੇ। ਜੇ ਆਪਾਂ ਰਾਜ ਨੂੰ ਦੁਨਿਆਵੀ ਰਾਜ ਲੈ ਲਈਏ ਤੇ ਫਿਰ ਖਾਲਸਾ ਤੇ ਦੁਨਿਆਵੀ ਰਾਜ ਕੰਟਰਾਡਿਕਟਰੀ ਹੋ ਜਾਂਦੀ ਹੈ। ਇੱਕ ਪਾਸੇ ਖਾਲਸਾ ਦੀ ਡੈਫੀਨੇਸ਼ਨ ਇਹ ਹੈ ਕਿ ਉਹ ਮਨੁੱਖ, ਉਹ ਮਹਾਂਪੁਰਖ ਜਿਹਦਾ ਅਧਿਆਤਮਿਕ ਲੈਵਲ ਇੰਨਾ ਉੱਚਾ ਹੋ ਚੁੱਕਾ, ਉਹਨੂੰ ਦੁਨਿਆਵੀ ਕੋਈ ਖਾਸ ਰਹਿ ਨਹੀਂ ਗਈ, ਉਹਨੂੰ ਰਾਜ ਕਿਵੇਂ ਧੱਕਾ ਦੇ ਦੇਗਾ? ਐਬਸੋਲੂਟਲੀ। ਜਿਹੜਾ ਕਿ ਬਿਲਕੁਲ ਪਿਓਰ ਮਾਇਆ ਦੀ ਗੱਲ ਹੈ। ਜਿਹੜਾ ਦੁਨਿਆਵੀ ਰਾਜ ਹੈ ਇਹ ਪਿਓਰ ਮਾਇਆ ਦੀ ਗੱਲ ਹੈ। ਉਹਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨਹੀਂ ਕਹਿਣਗੇ। ਇਹ ਨਹੀਂ ਮੈਂ ਕਹਿੰਦਾ ਵੀ ਸਿੱਖਾਂ ਨੂੰ ਰਾਜ ਨਹੀਂ ਕਰਨਾ ਚਾਹੀਦਾ, ਬਿਲਕੁਲ ਮੇਰੀ ਗੱਲ ਨੂੰ ਕਿਤੇ ਮਿਸਕਨਸਟਰੂ ਨਹੀਂ ਕਰਨਾ। ਠੀਕ। ਮੈਂ ਇਹ ਨਹੀਂ ਕਹਿੰਦਾ ਵੀ ਸਿੱਖਾਂ ਨੂੰ ਰਾਜ ਕਰਨ ਦਾ ਹੱਕ ਨਹੀਂ। ਰਾਈਟ। ਕਰਨਾ, ਅਸੀਂ ਉਹ ਸਾਰੇ ਕੰਮ ਕਰਨੇ ਨੇ। ਅਸੀਂ ਪ੍ਰੋਫੈਸਰ ਬਣਨਾ, ਅਸੀਂ ਡਾਕਟਰ ਬਣਨਾ, ਅਸੀਂ ਇੰਜੀਨੀਅਰ ਬਣਨਾ, ਅਸੀਂ ਲਾਇਰਸ ਬਣਨਾ, ਅਸੀਂ ਸਾਰੇ ਕੰਮ ਕਰਨੇ ਨੇ। ਅਸੀਂ ਰਾਜ ਵੀ ਕਰਨਾ, ਅਸੀਂ ਸੇਵਾ ਵੀ ਕਰਨੀ। ਪਰ ਜਿਹੜੀ ਸਾਡੀ ਫਾਊਂਡੇਸ਼ਨ ਹੈ ਉਹ ਉਸ ਲੈਵਲ ਤੇ ਹੋਣੀ ਚਾਹੀਦੀ ਜਿਹੜੀ ਤੁਸੀਂ ਐਗਜ਼ੈਕਟਲੀ, ਜਿਹੜਾ ਅਸਲੀ ਰਾਜ ਹੈ ਜਿਹਦੀ ਗੁਰੂ ਨਾਨਕ ਨੇ ਗੱਲ ਕੀਤੀ ਹੈ, ਉਹ ਰਾਜ ਸਾਡਾ ਅਧਿਆਤਮਿਕ ਆਪਣੇ ਮਨ ਤੇ ਰਾਜ ਹੈ। ਮਨ ਜੀਤੇ ਜਗ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕਸ ਫॉर योर पर्सपेक्टिव। इट वाज अ प्लेजर हैविंग यू। थैंक यू। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ।